मैं आपदे दिमाग दी वरतों खत्म कर दित्ती एंड अपनी इनोवेशन नूं बंद करता। ਤੇ ਉਹਦਾ ਐਂਡ ਵਿੱਚ ਮੈਨੂੰ ਕਨਕਲੂਜਨ ਇਹ ਮਿਲਿਆ ਕਿ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਹਾਂ ਜਦੋਂ ਸਾਨੂੰ ਐਗਜ਼ਾਮੀਨਰ ਵਾਈ ਕੁਐਸਚਨ ਕਰਦਾ। ਬਟ ਮੈਂ ਕਨਫਿਊਜ਼ ਨਹੀਂ ਹੋਈ ਕਿਉਂਕਿ ਇੱਕ ਹੋਰ ਮਿਸਕਨਸੈਪਸ਼ਨ ਮੈਂ ਆਪਣੇ ਪਿਛਲੇ ਇੰਸਟੀਚਿਊਟ ਵਿੱਚ ਦੇਖੀ ਸੀ ਕਿ ਉਹਨਾਂ ਨੇ ਕਿਹਾ ਕਿ ਇਸ ਲਈ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਇੰਪਰੂਵ ਕੀਤਾ, ਮੈਂ ਟਾਸਕ ਨੂੰ ਪੜ੍ਹਨਾ ਸ਼ੁਰੂ ਕੀਤਾ, ਮੈਂ ਟਾਈਮ ਮੈਨੇਜਮੈਂਟ ਸਿੱਖੀ, ਮੈਂ ਆਪਦੇ 10 ਮਿੰਟ ਪਹਿਲਾਂ ਹੀ। ਤੇ ਇੱਕ ਚੀਜ਼ ਮੈਂ ਐਂਡ ਵਿੱਚ ਇਹ ਕਨਕਲੂਡ ਕਰਦੀ ਹਾਂ ਕਿ ਕਦੀ ਵੀ ਰਾਈਟਿੰਗ ਟੈਂਪਲੇਟਸ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਮੇਰਾ ਨਾਮ ਹੈ ਕੋਮਲਪ੍ਰੀਤ ਕੌਰ ਬਮਰਾ ਤੇ ਅੱਜ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਆਪਦੇ ਆਇਲਸ ਦੇ ਐਕਸਪੀਰੀਅੰਸ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹਾਂ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਨੌਜਵਾਨ ਪੀੜ੍ਹੀ ਵਿੱਚ ਅੱਜਕੱਲ ਬਾਹਰ ਜਾਣ ਦਾ ਬਹੁਤ ਉਤਸ਼ਾਹ ਹੈ। ਇਸ ਤਰੀਕੇ ਦੇ ਉਤਸ਼ਾਹ ਦੇ ਨਾਲ ਹੀ ਮੇਰੇ ਘਰਦਿਆਂ ਨੇ ਮੈਨੂੰ ਆਇਲਸ ਦੇ ਵਿੱਚ ਪਾਇਆ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸਾਡੇ ਘਰ ਦੇ ਸਾਡੇ ਲਈ ਸਭ ਤੋਂ ਬੈਸਟ ਚੂਜ਼ ਕਰਦੇ ਨੇ ਤੇ ਉਹੀ ਚੀਜ਼ ਦੇਖਦੇ ਹਾਂ ਮੇਰੇ ਘਰਦਿਆਂ ਨੇ ਮੇਰੇ ਲਈ ਅੰਮ੍ਰਿਤਸਰ ਦਾ ਬੈਸਟ ਇੰਸਟੀਚਿਊਟ ਚੂਜ਼ ਕੀਤਾ। ਤੇ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸਾਨੂੰ ਪੱਕੀ ਪਕਾਈ ਰੋਟੀ ਵਿੱਚ ਬਹੁਤ ਜ਼ਿਆਦਾ ਸੈਟਿਸਫੈਕਸ਼ਨ ਹੁੰਦੀ ਹੈ ਐਸ ਕੰਪੇਅਰ ਟੂ ਅਗਰ ਸਾਨੂੰ ਆਪਣੇ ਐਫਰਟਸ ਕਰਨੇ ਪੈਣ। ਸੋ ਇਹੀ ਚੀਜ਼ ਮੇਰੇ ਨਾਲ ਹੋਈ। ਮੈਂ ਆਪਦੀ ਕ੍ਰੀਏਟੀਵਿਟੀ, ਆਪਦੀ ਇਨੋਵੇਸ਼ਨ ਨੂੰ ਦਬਾ ਕੇ ਰਾਈਟਿੰਗ ਟਾਸਕ ਜਿਹੜੇ ਨੇ ਉਹਦੇ ਵਿੱਚ ਟੈਂਪਲੇਟਸ ਯੂਜ਼ ਕਰਨੇ ਸ਼ੁਰੂ ਕਰ ਦਿੱਤੇ। ਮੈਂ ਆਪਦੇ ਆਪ ਨੂੰ ਬੰਦ ਕਰਤਾ। ਆਈ ਵਾਜ਼ ਲਾਈਕ ਕਿ ਮੈਂ ਬਹੁਤ ਜ਼ਿਆਦਾ ਬ੍ਰਿਲੀਅੰਟ ਸਟੂਡੈਂਟ ਸੀਗੀ ਸਕੂਲ ਦੇ ਵਿੱਚ ਐਂਡ ਆਈ ਵਾਜ਼ ਲਾਈਕ ਵੈਰੀ ਇੰਟੈਲੀਜੈਂਟ, ਬਟ ਮੈਂ ਕਿਤੇ ਨਾ ਕਿਤੇ ਉੱਥੇ ਆ ਕੇ ਆਪਦੇ ਆਪ ਨੂੰ ਖਤਮ ਕਰਤਾ। ਮੈਂ ਆਪਦੇ ਦਿਮਾਗ ਦੀ ਵਰਤੋਂ ਖਤਮ ਕਰ ਦਿੱਤੀ ਐਂਡ ਆਪਣੀ ਇਨੋਵੇਸ਼ਨ ਨੂੰ ਬੰਦ ਕਰਤਾ। ਤੇ ਉਹਦਾ ਐਂਡ ਵਿੱਚ ਮੈਨੂੰ ਕਨਕਲੂਜਨ ਇਹ ਮਿਲਿਆ ਕਿ ਮੇਰੇ ਰਾਈਟਿੰਗ ਟਾਸਕ ਦੇ ਵਿੱਚ ਮੇਰੇ ਬੈਂਡ ਸਕੋਰ ਸਭ ਤੋਂ ਜ਼ਿਆਦਾ ਘੱਟ ਸੀ ਬਿਕੋਜ਼ ਮੈਨੂੰ ਕਿਸੇ ਕੋਹਰੈਂਸ, ਕੋਹੇਜਨ ਐਂਡ ਮੈਨੂੰ ਕਿਸੇ ਚੀਜ਼ ਬਾਰੇ ਕੋਈ ਵੀ ਇਨਫੋਰਮੇਸ਼ਨ ਨਹੀਂ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਟਾਸਕ ਅਚੀਵਮੈਂਟ ਕੀ ਹੁੰਦਾ ਹੈ। ਸਿਰਫ ਮੈਨੂੰ ਇੱਕ ਹੀ ਚੀਜ਼ ਯਾਦ ਕਰਵਾਈ ਗਈ ਸੀ ਜੋ ਕਿ ਸੀ ਟੈਂਪਲੇਟਸ। ਜਦ ਮੇਰੇ ਬੈਂਡ ਸਕੋਰ ਘੱਟ ਆਏ ਉਸ ਤੋਂ ਬਾਅਦ ਮੈਂ ਹਿੰਮਤ ਨੂੰ ਬਿਲਕੁਲ ਛੱਡ ਚੁੱਕੀ ਸੀ। ਮੇਰੇ ਘਰਦਿਆਂ ਨੇ ਮੈਨੂੰ ਹਿੰਮਤ ਦਿੱਤੀ। ਦੈਨ ਆਫਟਰ ਦੈਟ ਮੈਂ ਆਕਸਫੋਰਡ ਜੁਆਇਨ ਕੀਤਾ। ਮੈਨੂੰ ਇੱਥੇ ਆਕਸਫੋਰਡ ਆ ਕੇ ਮੇਰੇ ਟੀਚਰਸ ਨੇ ਕਾਫੀ ਜ਼ਿਆਦਾ ਹੈਲਪ ਕੀਤੀ, ਮੈਨੂੰ ਕਾਫੀ ਜ਼ਿਆਦਾ ਮੋਟੀਵੇਟ ਕੀਤਾ ਐਂਡ ਮੈਂ ਬਹੁਤ ਜ਼ਿਆਦਾ ਖੁਸ਼ ਸੀ ਜਦ ਮੈਂ 1 ਮਹੀਨੇ ਬਾਅਦ ਆਪਦੀ ਆਇਲਸ ਨੂੰ ਕਲੀਅਰ ਕੀਤਾ। ਮੈਨੂੰ ਪਤਾ ਚੱਲਿਆ ਕਿ ਮੈਂ ਆਪਣੀ ਕ੍ਰੀਏਟੀਵਿਟੀ ਦਬਾਣੀ ਨਹੀਂ ਹੈ, ਮੈਂ ਆਪਦੇ ਆਪ ਨੂੰ ਹੋਰ ਸ਼ਾਈਨ ਕਰਨਾ ਹੈ, ਆਪਦੇ ਆਪ ਨੂੰ ਹੋਰ ਬੂਸਟ ਅਪ ਕਰਨਾ ਹੈ। ਤੇ ਇਹਦੇ ਵਿੱਚ ਮੇਰੀ ਟੀਚਰਸ ਨੇ ਵੀ ਕਾਫੀ ਸਾਰੀ ਹੈਲਪ ਕੀਤੀ ਤੇ ਮੈਂ ਐਂਡ ਵਿੱਚ ਆਪਦੀ 1 ਮਹੀਨੇ ਦੇ ਵਿੱਚ ਆਪਦੀ ਆਇਲਸ ਨੂੰ ਕਲੀਅਰ ਕੀਤਾ। ਰਾਈਟਿੰਗ ਵਿੱਚ ਮੈਂ ਕਾਫੀ ਸਾਰੇ ਅੱਛੇ ਬੈਂਡ ਸਕੋਰ ਕੀਤੇ ਐਂਡ ਸਪੀਕਿੰਗ ਦੇ ਵਿੱਚ ਸਭ ਤੋਂ ਬੈਸਟ ਗੱਲ ਇਹ ਹੈ ਕਿ ਮੈਂ 7 ਸਕੋਰ ਕੀਤਾ, ਜੋ ਕਿ ਦੈਟ ਇਜ਼ ਨਾਟ ਐਨ ਈਜ਼ੀ ਟਾਸਕ ਫॉर एवरीवन। ਮੈਨੂੰ ਪਤਾ ਲੱਗਿਆ ਕਿ ਹਾਊ ਟੂ ਜਨਰੇਟ ਨਿਊ ਆਈਡੀਆਜ਼, ਹਾਊ ਟੂ ਟਾਕ ਟੂ ਪੀਪਲ, ਹਾਊ ਟੂ ਗਿਵ ਆਨਸਰਸ। ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਹਾਂ ਜਦੋਂ ਸਾਨੂੰ ਐਗਜ਼ਾਮੀਨਰ ਵਾਈ ਕੁਐਸਚਨ ਕਰਦਾ। ਬਟ ਮੈਂ ਕਨਫਿਊਜ਼ ਨਹੀਂ ਹੋਈ ਕਿਉਂਕਿ ਮੈਨੂੰ ਇੱਥੇ ਸਿਖਾਇਆ ਗਿਆ ਕਿ ਐਗਜ਼ਾਮੀਨਰ ਸਮਟਾਈਮਸ ਤੁਹਾਨੂੰ ਕਨਫਿਊਜ਼ ਕਰਦਾ ਹੈ ਕਿ ਤੁਸੀਂ ਆਪਦੇ ਆਨਸਰ ਲਈ ਸ਼ੋਰ ਹੈਗੇ ਜੇ, ਕਿ ਤੁਸੀਂ ਆਪਣੇ ਪਿਛਲੇ ਆਨਸਰ ਨੂੰ ਅਗਲੇ ਆਨਸਰ ਦੇ ਵਿੱਚ ਕੰਟਰਾਡਿਕਟ ਤੇ ਨਹੀਂ ਕਰਦੇ। ਸੋ ਇਹੀ ਚੀਜ਼ਾਂ ਨੂੰ ਮੈਂ ਸਿੱਖ ਕੇ ਆਪਦੀ ਇਨੋਵੇਸ਼ਨ ਨੂੰ ਯੂਜ਼ ਕੀਤਾ। ਮੈਂ ਉੱਥੇ ਜਾ ਕੇ ਉਹਨਾਂ ਨੂੰ ਆਨਸਰ ਕੀਤਾ। ਉਹਨਾਂ ਨੇ ਮੈਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਵਾਈ ਕਿਹਾ ਸੀ, ਬਟ ਜਿੱਦਾਂ ਕਿ ਮੈਨੂੰ ਸਿਖਾਇਆ ਗਿਆ ਸੀ ਕਿ ਮੈਂ ਕਨਫਿਊਜ਼ ਨਹੀਂ ਹੋਣਾ, ਮੈਂ ਉੱਦਾਂ ਹੀ ਆਪਦੇ ਆਨਸਰਸ ਨੂੰ ਰਿਪੀਟ ਕੀਤਾ ਤੇ ਮੈਂ ਉਹਨਾਂ ਨੂੰ ਦੱਸਿਆ ਤੇ ਐਂਡ ਵਿੱਚ I scored 7 ਤੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈ। ਇੱਕ ਹੋਰ ਮਿਸਕਨਸੈਪਸ਼ਨ ਮੈਂ ਆਪਣੇ ਪਿਛਲੇ ਇੰਸਟੀਚਿਊਟ ਵਿੱਚ ਦੇਖੀ ਸੀ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਵੀ ਸਰਵੇ, ਕਿਸੇ ਵੀ ਰਿਸਰਚ ਬਾਰੇ ਲਿਖ ਸਕਦੇ ਹੋ। ਅਗਰ ਕਿਸੇ ਬੱਚੇ ਨੂੰ WHO ਦਾ ਨਹੀਂ ਪਤਾ, ਕਿਸੇ ਬੱਚੇ ਨੂੰ ਕਿਸੇ ਵੀ ਆਰਗੇਨਾਈਜੇਸ਼ਨ ਦਾ ਨਹੀਂ ਪਤਾ, ਅਗਰ ਉਹ ਮੈਡੀਕਲ ਦੇ ਵਿੱਚ ਕਿਸੇ ਟੈਕਨੋਲੋਜੀਕਲ ਰਿਸਰਚ ਬਾਰੇ ਗੱਲ ਕਰ ਰਿਹਾ ਹੈ, ਸੋ ਦੈਟ ਇਜ਼ ਰੋਂਗ। ਉੱਥੇ ਟਾਸਕ ਅਚੀਵਮੈਂਟ ਬਿਲਕੁਲ ਗਲਤ ਹੈ। ਜਿੱਦਾਂ ਸਾਨੂੰ ਪਤਾ ਹੈ ਕਿ ਜੇਕਰ ਕੋਈ ਵੀ ਸਾਡੀ ਰਿਸਰਚ ਜਾਂ ਕੰਡਕਟ ਹੋਈ ਹੀ ਨਹੀਂ ਹੈ, ਅਸੀਂ ਉਸ ਚੀਜ਼ ਬਾਰੇ ਸ਼ੋਰਿਟੀ ਨਹੀਂ ਦੇ ਸਕਦੇ। ਸੋ ਉਸ ਚੀਜ਼ ਨੂੰ ਵੀ ਮੈਨੂੰ ਇਹਨਾਂ ਨੇ ਸਿਖਾਇਆ। ਜਿਵੇਂ ਕਿ ਮੈਂ ਆਪਦੀ ਗੱਲ ਕਰਦੀ ਹਾਂ, ਮੈਂ ਆਪਣਾ ਰਾਈਟਿੰਗ ਦੇ ਵਿੱਚ ਬੈਂਡ ਸਕੋਰ ਕਿੱਦਾਂ ਇੰਪਰੂਵ ਕੀਤਾ। ਰਾਈਟਿੰਗ ਦੇ ਵਿੱਚ ਬੈਂਡ ਸਕੋਰ ਇੰਪਰੂਵ ਕਰਨ ਲਈ ਸਭ ਤੋਂ ਪਹਿਲਾਂ ਤਾਂ ਮੈਨੂੰ ਇੱਥੇ ਪਲੈਨਿੰਗ ਸਿਖਾਈ ਗਈ। ਸਭ ਤੋਂ ਪਹਿਲਾਂ ਮੈਨੂੰ ਪਹਿਲੇ ਆਦਤ ਸੀਗੀ ਕਿ ਟਾਸਕ ਨੂੰ ਬਿਨਾਂ ਪੜ੍ਹੇ ਹੀ ਉਹਨੂੰ ਲਿਖਣਾ ਸ਼ੁਰੂ ਕਰ ਦੇਣਾ। ਬਟ ਜਦ ਮੈਂ ਇੱਥੇ ਆਈ, ਮੈਨੂੰ ਆ ਕੇ ਇਹਨਾਂ ਨੇ ਦੱਸਿਆ ਕਿ ਸਾਨੂੰ ਟਾਸਕ ਨੂੰ ਪੜ੍ਹਨ ਤੇ 2 ਮਿੰਟ ਲਗਾਉਣੇ ਚਾਹੀਦੇ ਆ। ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ 1 ਸਾਈਡਡ ਜਾਣਾ ਹੈ, ਅਸੀਂ 2 ਸਾਈਡਡ ਜਾਣਾ ਹੈ ਜਾਂ ਅਸੀਂ ਬੋਥ ਸਾਈਡਡ ਜਾਣਾ ਹੈ। ਇਸ ਲਈ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਇੰਪਰੂਵ ਕੀਤਾ। ਮੈਂ ਟਾਸਕ ਨੂੰ ਪੜ੍ਹਨਾ ਸ਼ੁਰੂ ਕੀਤਾ, ਮੈਂ ਟਾਈਮ ਮੈਨੇਜਮੈਂਟ ਸਿੱਖੀ, ਮੈਂ ਆਪਦੇ 10 ਮਿੰਟ ਪਹਿਲਾਂ ਹੀ ਟਾਸਕ ਨੂੰ ਕੰਪਲੀਟ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਵਜੋਂ ਐਂਡ ਵਿੱਚ ਮੈਂ ਆਪਦੀਆਂ ਸਪੈਲਿੰਗ ਮਿਸਟੇਕਸ, ਆਪਦੀ ਵੋਕੈਬਲਰੀ, ਮੈਂ ਆਪਣਾ ਟਾਸਕ ਅਚੀਵਮੈਂਟ ਚੈੱਕ ਕਰਦੀ ਸੀ ਕਿ ਮੈਂ ਜੋ ਲਿਖਿਆ ਹੈ ਕਿ ਉਹ ਮੈਂ ਸਭ ਕੁਝ ਸਹੀ ਲਿਖਿਆ। ਇਹਦੇ ਨਾਲ ਇਹ ਹੋਇਆ ਕਿ ਐਂਡ ਦੇ ਵਿੱਚ 10 ਮਿੰਟ ਬਚਣ ਦੇ ਨਾਲ ਅਸੀਂ ਆਪਦਾ ਅੱਧਾ ਬੈਂਡ ਖੁਦ ਬ ਖੁਦ ਆਪ ਹੀ ਇਨਕਰੀਜ਼ ਕਰ ਸਕਦੇ ਹਾਂ। ਜਿਹਦੇ ਨਾਲ ਕੀ ਹੋਇਆ, ਮੈਂ ਹਰ ਵਾਰ ਆਪਦੇ ਟਾਸਕ ਨੂੰ 10 ਮਿੰਟ ਪਹਿਲਾਂ ਕੰਪਲੀਟ ਕੀਤਾ। ਮੈਂ ਆਪਦੇ ਆਪ ਨੂੰ ਇੰਟਰੋਸਪੈਕਟ ਕੀਤਾ ਕਿ ਮੈਂ ਕਿੱਥੇ ਗਲਤ ਜਾ ਰਹੀ ਹਾਂ, ਮੈਂ ਕਿੱਥੇ ਸਹੀ ਕੀਤਾ ਹੈ।
ਆਪਦੇ ਸਪੈਲਿੰਗਸ ਨੂੰ ਇੰਪਰੂਵ ਕੀਤਾ, ਵਧੀਆ ਵੋਕੈਬ ਡਾਲੀ ਉਹਦੇ ਵਿੱਚ, ਜਿਹਦੇ ਨਾਲ ਕਿ ਮੈਂ ਹੁਣ ਬਹੁਤ ਵਧੀਆ ਸਕੋਰ ਕੀਤਾ। ਸੋ ਐਂਡ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਕਿ ਸਾਨੂੰ ਆਪਦੀ ਵੋਕੈਬ ਨੂੰ, ਆਪਦੇ ਰਾਈਟਿੰਗ ਨੂੰ ਇੰਪਰੂਵ ਕਰਨ ਲਈ ਆਪਦੇ ਇਨੋਵੇਸ਼ਨ ਦੀ ਜ਼ਰੂਰਤ ਹੈ, ਨਾ ਕਿ ਟੈਂਪਲੇਟਸ ਦੀ, ਕਿਉਂਕਿ ਅਸੀਂ ਯਾਦ ਇੱਕ ਚੀਜ਼ ਨੂੰ ਸਰਟਨ ਐਕਸਟੈਂਟ ਤੱਕ ਕਰ ਸਕਦੇ ਹਾਂ, ਪਰ ਜਦੋਂ ਅਸੀਂ ਆਪਦੀ ਇਨੋਵੇਸ਼ਨ ਕ੍ਰੀਏਟਿਵਿਟੀ ਨੂੰ ਯੂਜ਼ ਕਰਦੇ ਹਾਂ, ਅਸੀਂ ਉਹਨੂੰ ਖੁੱਲੇ ਦਿਮਾਗ ਨਾਲ ਯੂਜ਼ ਕਰ ਸਕਦੇ ਹਾਂ ਤੇ ਅਸੀਂ ਕੋਈ ਵੀ ਆਈਡੀਆ ਨੂੰ ਯੂਜ਼ ਕਰਕੇ ਉਹਦੇ ਵਿੱਚ ਪਾ ਸਕਦੇ ਹਾਂ। ਤੇ ਇੱਕ ਚੀਜ਼ ਮੈਂ ਐਂਡ ਵਿੱਚ ਇਹ ਕਨਕਲੂਡ ਕਰਦੀ ਹਾਂ ਕਿ ਕਦੀ ਵੀ ਰਾਈਟਿੰਗ ਟੈਂਪਲੇਟਸ ਤੁਹਾਨੂੰ 6 ਤੋਂ ਅਬਵ ਬਹੁਤ ਰੇਅਰਲੀ ਦੇ ਸਕਦੇ ਨੇ, ਕਿਉਂਕਿ ਰੱਟਾ ਇੱਕ ਲਿਮਿਟਡ ਅਮਾਉਂਟ, ਲਿਮਿਟਡ ਐਕਸਟੈਂਟ ਤੱਕ ਚੱਲਦਾ ਹੈ। ਤੁਸੀਂ ਜ਼ਿਆਦਾ ਦੇਰ ਤੱਕ ਕੋਈ ਵੀ ਚੀਜ਼ ਨੂੰ ਕ੍ਰੈਮ ਕਰਕੇ ਨਹੀਂ ਸਿੱਖ ਸਕਦੇ ਜਿੰਨੀ ਦੇਰ ਤੱਕ ਤੁਸੀਂ ਆਪਦਾ ਮਾਈਂਡ ਨਹੀਂ ਯੂਜ਼ ਕਰਦੇ, ਕਿਉਂਕਿ IELTS ਇਜ਼ ਨਾਟ ਆਲ ਅਬਾਊਟ ਕ੍ਰੈਮਿੰਗ, ਇਟਸ ਅਬਾਊਟ ਯੂਜ਼ਿੰਗ ਯੋਰ ਓਨ ਮਾਈਂਡ, ਇਨੋਵੇਸ਼ਨ, ਐਂਡ ਯੂ ਕੈਨ ਡੂ ਵਟ ਐਵਰ ਯੂ ਲਾਈਕ ਟੂ ਡੂ। ਜਿੱਦਾਂ ਕਿ ਅਸੀਂ ਅਗਰ ਆਪਣਾ ਦਿਮਾਗ ਯੂਜ਼ ਕਰ ਰਹੇ ਹਾਂ, ਅਗਰ ਅਸੀਂ ਸਪੀਕਿੰਗ ਵਿੱਚ ਬੈਂਡ ਸਕੋਰ ਅਚੀਵ ਕਰ ਰਹੇ ਹਾਂ, ਸੋ ਅਸੀਂ ਰਾਈਟਿੰਗ ਵਿੱਚ ਵੀ ਆਰਾਮ ਨਾਲ ਅਚੀਵ ਕਰ ਸਕਦੇ ਹਾਂ। ਸੋ ਮੇਰਾ ਐਂਡ ਵਿੱਚ ਕਨਕਲੂਜਨ ਇਹੀ ਹੈ ਕਿ ਸਾਨੂੰ ਇੱਕ ਆਪਦੇ ਲਈ ਬੈਸਟ ਇੰਸਟੀਟਿਊਟ ਐਜ਼ ਵੈਲ ਐਜ਼ ਸਾਨੂੰ ਆਪਣੇ ਦਿਮਾਗ ਨੂੰ ਯੂਜ਼ ਕਰਨਾ ਚਾਹੀਦਾ ਹੈ, ਐਂਡ ਐਟ ਦ ਐਂਡ ਇਹ ਵੀ ਕਹਿ ਸਕਦੇ ਹਾਂ ਕਿ ਸਾਨੂੰ ਟੈਂਪਲੇਟਸ ਨੂੰ ਇੱਕ ਸਹੀ ਢੰਗ ਨਾਲ ਯੂਜ਼ ਕਰਨਾ ਚਾਹੀਦਾ ਹੈ ਅਗਰ ਅਸੀਂ ਉਹਨੂੰ ਯੂਜ਼ ਕਰ ਰਹੇ ਹਾਂ, ਕਿਉਂਕਿ ਹਾਈ ਵੋਕੈਬ ਜਾਂ ਵਧੀਆ ਵੋਕੈਬ ਦੇ ਨਾਲ ਡਜ਼ਨਟ ਮੀਨ ਕਿ ਤੁਹਾਡਾ ਟੈਂਪਲੇਟ ਬਿਲਕੁਲ ਪਰਫੈਕਟ ਹੈ, ਜਾਂ ਫਿਰ ਤੁਸੀਂ ਮਤਲਬ ਟੈਂਪਲੇਟਸ ਦੇ ਨਾਲ ਤੁਸੀਂ 8 ਸਕੋਰ ਕਰ ਸਕਦੇ ਜੇ। ਤੁਹਾਨੂੰ ਸਾਰੇ ਇੰਸਟੀਟਿਊਟਸ ਕਹਿਣਗੇ ਤੁਸੀਂ ਟੈਂਪਲੇਟਸ ਦੇ ਨਾਲ ਮੈਮ 7.5 ਸਕੋਰ ਕਰ ਲਓ, 8 ਸਕੋਰ ਕਰ ਸਕਦੇ ਜੇ, ਬਟ ਓਬਵੀਅਸਲੀ ਮੈਂ ਆ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੈ, ਇਸ ਚੀਜ਼ ਦੇ ਅੱਗੇ ਮੈਂ ਹੋ ਕੇ ਦੇਖਿਆ ਹੈ, ਮੈਨੂੰ ਇਹ ਚੀਜ਼ ਬਹੁਤ ਜ਼ਿਆਦਾ ਬੁਰੀ ਲੱਗੀ ਕਿ ਸਾਨੂੰ ਝੂਠੀਆਂ ਉਮੀਦਾਂ ਦੇਣ ਵਾਲੇ ਬਹੁਤ ਨੇ, ਬਟ ਜਦੋਂ ਸਾਨੂੰ ਸਹੀ ਉਮੀਦ ਮਿਲਦੀ ਹੈ ਅਸੀਂ ਉਸ ਚੀਜ਼ ਵੱਲ ਪਹਿਲੇ ਨਹੀਂ ਜਾਂਦੇ, ਤੇ ਇਹੀ ਚੀਜ਼ਾਂ ਓਵਰ ਕੌਨਫੀਡੈਂਸ ਨੇ ਮੈਨੂੰ ਥੱਲੇ ਸੁੱਟਿਆ ਤੇ ਐਂਡ ਵਿੱਚ ਮੈਂ ਇਹ ਚੀਜ਼ ਫੀਲ ਕੀਤੀ ਕਿ ਮੈਂ ਆਪਦੇ ਲਈ ਕੁਝ ਕਰ ਸਕਦੀ ਹਾਂ ਅਗਰ ਮੈਂ ਕਿਸੇ ਦੀ ਸੁਣਾ, ਕਿਉਂਕਿ ਹਰ ਇੱਕ ਬੰਦਾ ਤੁਹਾਨੂੰ ਵਧੀਆ ਗਾਈਡ ਨਹੀਂ ਕਰੇਗਾ, ਕਿਉਂਕਿ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਅਗਰ ਸਾਨੂੰ ਇੱਕ ਟੀਚਰ ਵਧੀਆ ਮਿਲ ਜੇ ਨਾ ਤੇ ਇੱਕ ਬੱਚੇ ਦਾ ਕੰਮ ਅੱਧਾ ਹੋ ਜਾਂਦਾ ਹੈ। ਸੋ ਉਸੇ ਤਰੀਕੇ ਨਾਲ ਮੇਰੇ ਨਾਲ ਹੋਇਆ ਐਂਡ ਆਈ ਵਾਸ ਵੈਰੀ ਹੈਪੀ। ਥੈਂਕ ਯੂ ਸੋ ਮਚ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।